chapter 2. ਉਹਦੀ ਅਸੀਂ ਦੋ ਆਇਤ ਜਿਹੜੀ ਦੋ ਚੈਪਟਰ ਤੇ ਉਹਦੀ ਅਸੀਂ ਸਿਰਫ 10 ਤੇ 11 ਆਇਤ ਨੂੰ ਪੜਾਂਗੇ। Verse 10 and 11. ਖੁਸ਼ਖਬਰੀ ਇਹ ਹੈ ਕਿ ਅੱਜ ਦਾਊਦ ਦੇ ਨਗਰ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤੇ ਨੇ ਜਨਮ ਲਿਆ ਹੈ ਜੋ ਮਸੀਹ ਪ੍ਰਭੂ ਹੈ। ਹਾਲੇਲੂਇਆ। ਪ੍ਰਭੂ ਦੇ ਵਚਨ ਵਿੱਚ ਅਸੀਂ ਕੀ ਪੜਿਆ ਕਿ ਬੈਤਲਹਮ ਵਿੱਚ ਯੀਸ਼ੂ ਮਸੀਹ ਨੇ ਜਨਮ ਲਿਆ। We read that in Bethlehem Jesus was born. ਅਸੀਂ ਸਾਰੇ ਜਣੇ ਜਾਣਦੇ ਕਿ ਉਹ ਸਾਡਾ ਮੁਕਤੀਦਾਤਾ ਆ। He is our salvation. ਸਾਰੇ ਜਣੇ ਕਹੀਏ ਕਿ ਉਹ ਸਾਡਾ ਮੁਕਤੀਦਾਤਾ ਹੈ। ਸਾਰੇ ਜਣੇ ਇੱਕ ਵੀ ਜ਼ੁਬਾਨ ਚੁੱਪ ਨਾ ਰਹੇ। ਸਾਰੇ ਜਣੇ ਜਿੰਨੇ ਬੈਠੇ ਆ ਕਹੋ ਕਿ ਯਿਸੂ ਮੇਰਾ ਮੁਕਤੀਦਾਤਾ ਆ। Let's all say Jesus is our salvation. ਮੈਨੂੰ ਜ਼ਿੰਦਗੀ ਦੇਣ ਵਾਲਾ ਆ। He is our salvation. ਹਾਲੇਲੂਇਆ। Hallelujah. ਕਿਹਾ ਕਿ ਸਾਡਾ ਯਿਸੂ ਮਸੀਹ ਮੁਕਤੀਦਾਤਾ ਆ ਔਰ ਸਾਨੂੰ ਜ਼ਿੰਦਗੀ ਦੇਣ ਵਾਲਾ ਆ। He is our salvation. ਹਾਲੇਲੂਇਆ। Hallelujah. ਕਿਉਂਕਿ ਰਸੂਲਾਂ ਦੇ ਕਰਤੱਵ ਦੇ ਵਿੱਚ ਲਿਖਿਆ ਜ਼ਮੀਨ ਦੇ ਉੱਤੇ ਆਸਮਾਨ ਦੇ ਥੱਲੇ ਔਰ ਜ਼ਮੀਨ ਦੀ ਗਹਿਰਾਈ ਵਿੱਚ ਕੋਈ ਐਸਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਇਨਸਾਨ ਨੇ ਬਚਾਏ ਜਾਣਾ ਹੈ। Bible says there is no other name than Jesus which can save us. ਕੋਈ ਵੀ ਨਾਮ ਨਹੀਂ, There's no ਕੋਈ other ਵੀ name. ਨਾਮ ਨਹੀਂ। ਸਿਰਫ ਯਿਸੂ ਤੋਂ ਇਲਾਵਾ ਸਾਨੂੰ ਮੁਕਤੀ ਨਹੀਂ ਮਿਲ ਸਕਦੀ। Only through Jesus we can get salvation. ਸਿਰਫ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੀ ਮੁਕਤੀ ਆ। There is salvation in His name. ਵਚਨ ਕਹਿੰਦਾ ਆ ਜਦੋਂ ਤੁਸੀਂ ਉਹਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰ ਲੈਂਦੇ ਆ, ਜਦੋਂ ਤੁਸੀਂ ਉਹਨੂੰ ਮੰਨ ਲੈਂਦੇ ਆ ਤਾਂ ਮੈਂ ਤੁਹਾਡੇ ਘਰਾਣਿਆਂ ਨੂੰ ਬਚਾ ਲੈਣਾ ਹੈ। He's going to bless our generations as we consider Him our salvation. ਘਰਾਣਿਆਂ ਨੂੰ ਬਚਾ ਲੈਂਦਾ ਆ ਜਿਸ ਤਰ੍ਹਾਂ ਪਾਸਟਰ ਜੌਨ ਕਰਕੇ ਗਿਆ ਕਿ ਸਾਨੂੰ ਕਿਸੇ ਦੇ ਵਚਨ ਯਿਸੂ ਮਸੀਹ ਬਾਰੇ ਦੱਸਣਾ ਚਾਹੀਦਾ ਤਾਂ ਕਿ ਉਹਨਾਂ ਦੀਆਂ ਜ਼ਿੰਦਗੀਆਂ ਬਦਲ ਜਾਣ। He's going to save our generations as we tell other people about Jesus. ਪਰ ਗੈਰ ਜਾਤੀਆਂ ਨੂੰ ਦੱਸਣ ਦੀ ਲੋੜ ਆ ਕਿਉਂਕਿ ਗੈਰ ਜਾਤੀ ਜਾਣਦੇ ਨਹੀਂ ਯਿਸੂ ਮਸੀਹ ਨੂੰ ਕਿ ਉਹ ਸਾਡਾ ਮੁਕਤੀਦਾਤਾ ਆ। We need to tell other people about Jesus because they don't know that Jesus is the salvation. ਪਰ ਜੇ ਅਸੀਂ ਕ੍ਰਿਸਚੀਅਨਾਂ ਨੂੰ ਦੱਸੀਏ ਕਿ ਯਿਸੂ ਮਸੀਹ ਮੁਕਤੀਦਾਤਾ ਆ ਤਾਂ ਉਹ ਕਹਿਣਗੇ ਕਿ ਅਸੀਂ ਬਾਈਬਲ ਨੂੰ ਤੁਹਾਡੇ ਨਾਲੋਂ ਜ਼ਿਆਦਾ ਜਾਣਦੇ ਆ। If we tell Christians that Jesus is our salvation, they're going to tell us that they know the Bible better than us. ਪਰ ਵਚਨ ਕੀ ਕਹਿੰਦਾ ਆ ਜਿਹੜਾ ਯਿਸੂ ਮਸੀਹ ਨੂੰ ਜਾਣ ਲੈਂਦਾ ਆ ਕਿ ਮੇਰਾ ਮੁਕਤੀਦਾਤਾ ਮੈਂ ਉਹਨਾਂ ਦੇ ਘਰਾਣਿਆਂ ਨੂੰ ਬਦਲਣ ਵਾਲਾ ਪਰਮੇਸ਼ਰ ਆ। But the Bible says if you know that Jesus is your salvation, He is going to bless our generations and change them. ਮੈਂ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਬਦਲਣ ਵਾਲਾ ਪਰਮੇਸ਼ਰ ਆ। He's going to change our lives. ਇੱਕ ਦਿਨ ਕੀ ਹੁੰਦਾ ਆ ਯਿਸੂ ਮਸੀਹ ਜਦੋਂ ਹੈਕਲ ਵਿੱਚ ਬੈਠੇ ਆ ਤਾਂ ਲੋਕ ਜਿਹੜੇ ਆ ਯਿਸੂ ਮਸੀਹ ਨੂੰ ਪਰਖਣ ਦੇ ਲਈ ਇੱਕ ਔਰਤ ਨੂੰ ਲੈ ਕੇ ਆਉਂਦੇ ਆ। One day when Jesus was sitting inside the church, there was people who brought out women to Him. ਜੋ ਕਿ ਐਨ ਮੌਕੇ ਦੇ ਨਾਲ ਪਾਪ ਕਰਦੀ ਫੜੀ ਗਈ। She was caught red-handed as she was sinning. ਪਰ ਯਿਸੂ ਮਸੀਹ ਨੂੰ ਕਹਿੰਦੇ ਆ ਕਿ ਮੂਸਾ ਦੀ ਸ਼ਰਅ ਦੇ ਮੁਤਾਬਕ ਲਿਖਿਆ ਹੋਇਆ ਆ ਕਿ ਇਸ ਨੂੰ ਪਥਰਾ ਕੀਤਾ ਜਾਵੇ ਤਾਂ ਇਸ ਨੂੰ ਮਾਰ ਦਿੱਤਾ ਜਾਵੇ। So the people said that according to Moses, we should kill this woman. ਪਰ ਯਿਸੂ ਮਸੀਹ ਜੋ ਆ ਉਹਨਾਂ ਦੇ ਦਿਲਾਂ ਨੂੰ, ਉਹਨਾਂ ਦੇ ਖਿਆਲਾਂ ਨੂੰ, ਉਹਨਾਂ ਦੇ ਜਜ਼ਬਾਤਾਂ ਨੂੰ ਜਾਣ ਗਏ ਕਿ ਇਹ ਕੀ ਕਹਿਣਾ ਚਾਹੁੰਦੇ ਆ। But Jesus knew what they were up to. ਪਰ ਯਿਸੂ ਮਸੀਹ ਨੇ ਕੀ ਕਿਹਾ? What did Jesus say? यीशु मसीह जिस जगह ते बैठे सी जमीन ते आके बैठ के और जमीन दे उत्ते उंगली दे नाल लिखन लग पे। He got down and started writing something on the ground. पर जेड़े लोग आए सी उन्हां दे कोल हत्थां विच पत्थर सी They had rocks in their hand, people who came, कि उन्हें मारन उस औरत नु। so they can beat the women. पर यीशु मसीह जदों अपने हर उंगली दे नाल जमीन उत्ते लिखन लगे जो इंसानां दे हाथ विच पत्थर सी और उस जगह ते उत्ते ही सुट दिते। But when Jesus started writing on the ground, the rocks were, they dropped their rocks. ओ पत्थर क्यों सुट दिते? Why did they drop their rocks? क्योंकि इंसान जेड़ा सी उन्हां नु अपने अपने गुनाह नजर आउण लग पे, अपनी कमियां जेड़ियां ओ
that they're also sinners. ਉਹ ਸਭ ਜਿਹੜੇ ਆ ਜਿਨ੍ਹਾਂ ਨੇ ਆਪਣੇ ਆਪਣੇ ਗੁਨਾਹ ਦੇਖੇ, ਆਪਣਾ ਆਪਣਾ ਪਾਪ ਦੇਖਿਆ, ਉਹ ਪੱਥਰ ਸੁੱਟ ਕੇ ਉਛਲੇ। So when they realized they're sinners as well, they dropped their rocks and left. ਔਰ ਉਹ ਔਰਤ ਜਿਹੜੀ ਉਸ ਜਗ੍ਹਾ ਤੇ ਇਕੱਲੀ ਰਹਿ ਗਈ। And she was left alone there. ਯੀਸ਼ੂ ਮਸੀਹ ਕਹਿੰਦੇ ਆ ਕਿ ਜੋ ਲੋਕ ਤੈਨੂੰ ਲੈ ਕੇ ਆਏ ਸੀ, ਜਿਨ੍ਹਾਂ ਦੇ ਹੱਥ ਵਿੱਚ ਪੱਥਰ ਸੀਗੇ, ਕਿ ਉਹਨਾਂ ਨੇ ਤੈਨੂੰ ਸਜ਼ਾ ਨਹੀਂ ਦਿੱਤੀ। So then Jesus asked the woman, were those people, are they going to punish you for your sins? ਪਰ ਉਹ ਔਰਤ ਜਿਹੜੀ ਆ ਉਸ ਜਗ੍ਹਾ ਤੇ ਚੁੱਪ ਰਹੀ। And she was quiet. ਉਹ ਔਰਤ ਜਿਹੜੀ ਆ ਉਸ ਜਗ੍ਹਾ ਦੇ ਉੱਤੇ ਚੁੱਪ ਕਰਕੇ ਖੜੀ ਰਹੀ। She was just quiet there standing. ਯੀਸ਼ੂ ਮਸੀਹ ਕਹਿੰਦੇ ਕਿ ਮੈਂ ਵੀ ਤੈਨੂੰ ਸਜ਼ਾ ਨਹੀਂ ਦਊਂਗਾ। Jesus said that I'm not going to punish you as well. ਜਾ ਮੁੜ ਕੇ ਪਾਪ ਨਾ ਕਰੇ। Go and do not sin anymore. ਯੀਸ਼ੂ ਮਸੀਹ ਮੁਕਤੀ ਦੇਣ ਆਇਆ। Jesus is our salvation. ਉਸ ਦੀ ਜ਼ਿੰਦਗੀ ਦੇ ਵਿੱਚ ਮੁਕਤੀ ਆ ਗਈ। She got salvation in her ਉਸ ਦੀ life. ਜ਼ਿੰਦਗੀ ਦੇ ਵਿੱਚ ਉਧਾਰ ਆ ਗਿਆ। She got salvation in her life. ਪਰਮੇਸ਼ਰ ਦੇ ਪੁੱਤਰ ਨੇ ਕਿਹਾ ਜਾ ਮੁੜ ਕੇ ਪਾਪ ਨਾ ਕਰੇ। The Son of God said, do not sin anymore. ਕਿਉਂ? ਕਿਉਂਕਿ ਉਹ ਮੁਕਤੀ ਦਾਤਾ ਬਣ ਕੇ ਇਸ ਜਹਾਨ ਤੇ ਆ ਗਿਆ। Why? Because he was the salvation in this world. ਇਹ ਹੈ ਮੁਕਤੀ ਦਾਤਾ। That's our salvation. ਜੇ ਅਸੀਂ ਰੋਮੀਆਂ ਦੇ ਵਿੱਚ ਪੜ੍ਹੀਏ, ਜਿਹੜੇ ਮਸੀਹ ਵਿੱਚ ਹੈ ਉਹਨਾਂ ਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੈ। If we read Romans, there is no punishment for sinners. ਪਰ ਜਿਹੜਾ ਵਿਸ਼ਵਾਸ ਕਰਦਾ ਆ ਕਿ ਮੇਰਾ ਮੁਕਤੀ ਦਾਤਾ ਆ, ਮੇਰਾ ਉਧਾਰ ਕਰਤਾ ਆ, ਉਹਨਾਂ ਦੇ ਉੱਤੇ ਸਜ਼ਾ ਦਾ ਹੁਕਮ ਨਹੀਂ ਹੈ। Whoever believes that he is our salvation, they have no punishment over their sins. ਰੋਮੀਆਂ 8:1 ਵਿੱਚ ਇਸ ਤਰ੍ਹਾਂ ਲਿਖਿਆ ਹੋਇਆ Romans 8, verse 1 says, ਕਿ ਜੋ ਮੇਰੇ ਤੇ ਵਿਸ਼ਵਾਸ ਕਰਦਾ, ਕੱਢਿਆ ਤੁਸੀਂ ਰੋਮੀਆਂ 8:1। Praise God, hallelujah. Romans 8, chapter 8:1। Romans chapter 8, verse 1, ਤਾਂ ਹੁਣ ਜਿਹੜੇ ਲੋਕ ਯਿਸੂ ਮਸੀਹ ਵਿੱਚ ਹਨ, ਉਹਨਾਂ ਦਾ ਨਿਰਣਾ ਦੋਸ਼ੀਆਂ ਵਾਂਗ ਨਹੀਂ ਹੋਵੇਗਾ। ਉਹਨਾਂ ਦਾ ਸਜ਼ਾ ਦਾ ਹੁਕਮ ਨਹੀਂ। ਜਿਹੜੇ ਉਸ ਉੱਤੇ ਵਿਸ਼ਵਾਸ ਕਰਦੇ ਆ, ਜਿਹੜੇ ਉਸ ਉੱਤੇ ਵਿਸ਼ਵਾਸ ਕਰਦੇ ਆ, ਜਿਹੜੇ ਯਿਸੂ ਨੂੰ ਆਪਣਾ ਉਧਾਰ ਕਰਤਾ ਮੰਨ ਲੈਂਦਾ ਆ, ਉਹਨਾਂ ਦੇ ਉੱਤੇ ਸਜ਼ਾ ਦਾ ਹੁਕਮ ਨਹੀਂ। Whoever believes in Jesus and they believe that he is our salvation, there is no punishment for them like the other sinners. ਜਿਹੜਾ ਕਹਿੰਦਾ ਆ ਕਿ ਯਿਸੂ ਮਸੀਹ ਮੇਰੇ ਲਈ ਮਰ ਗਿਆ, ਮੇਰੇ ਲਈ ਮਾਰਿਆ ਗਿਆ, ਮੇਰੇ ਲਈ ਕਬਰ ਵਿੱਚ ਰੱਖਿਆ ਗਿਆ ਔਰ ਮੇਰੇ ਲਈ ਜ਼ਿੰਦਾ ਹੋ ਗਿਆ, ਉਹਨਾਂ ਦੇ ਲਈ ਸਜ਼ਾ ਦਾ ਹੁਕਮ ਨਹੀਂ ਹੈ। Whoever believes that Jesus died for them and rose again for them, there is no punishment for them. ਔਰ ਜਿਹੜਾ ਮੰਨ ਲੈਂਦਾ ਆ ਕਿ ਉਹ ਮੇਰਾ ਮੁਕਤੀ ਦਾਤਾ ਯਿਸੂ ਮਸੀਹ ਹੈ। And whoever believes that he is our salvation. ਪਰ ਜੇ ਅਸੀਂ ਇਸ ਆਇਤ ਵਿੱਚ ਦੇਖੀਏ, ਆਇਤ ਵਿੱਚ ਸਿਰਫ ਮੁਕਤੀ ਦਾਤਾ ਹੀ ਨਹੀਂ ਲਿਖਿਆ ਹੋਇਆ। ਜਦੋਂ ਅਸੀਂ ਇਸ ਆਇਤ ਨੂੰ ਪੜ੍ਹਿਆ, ਦੂਸਰਾ ਲਿਖਿਆ ਹੋਇਆ ਪ੍ਰਭੂ ਪਰਮੇਸ਼ਰ ਹੈ। ਅਸੀਂ ਇਸ ਆਇਤ ਨੂੰ ਪੜ੍ਹਦੇ ਆ, ਲਿਖਿਆ ਹੋਇਆ ਆ ਤਾਂ ਦੂਤ ਨੇ ਉਹਨਾਂ ਨੂੰ ਆਖਿਆ ਨਾ ਡਰੋ, ਕਿਉਂਕਿ ਵੇਖੋ ਮੈਂ ਤੁਹਾਡੇ ਲਈ ਇੱਕ ਬਹੁਤ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜੋ ਸਾਰੀ ਪ੍ਰਜਾ ਦੇ ਲਈ ਹੈ। ਭਾਈ ਦਾਊਦ ਦੇ ਨਗਰ ਵਿੱਚ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ ਹੈ। ਪਰ ਨਾਲ ਹੀ ਲਿਖਿਆ ਹੋਇਆ ਆ ਜਿਹੜਾ ਮਸੀਹ ਪ੍ਰਭੂ ਹੈ। ਇੱਕ ਆਇਤ ਦੇ ਵਿੱਚ ਮੁਕਤੀ ਦਾਤਾ ਨੇ, ਇਸੇ ਆਇਤ ਦੇ ਵਿੱਚ ਲਿਖਿਆ ਹੋਇਆ ਪ੍ਰਭੂ ਯਿਸੂ ਮਸੀਹ ਹੈ। So when we go back to Luke, it doesn't only say he is our salvation, he is also described as our most holy God, and he is our everything. And the angels even said that he's not only salvation, he is our eternal lives as well. ਪੁਰਾਣੇ ਨਿਯਮ ਦੇ ਵਿੱਚ ਲੋਕ ਜਿਹੜੇ ਸੀਗੇ, ਯਹੂਦੀ ਲੋਕ ਸੀ, ਉਹ ਯਹੋਵਾ ਨਾਮ ਲੈਣ ਤੋਂ ਡਰਦੇ ਹੁੰਦੇ ਸੀ। In the Old Testament, people were really afraid to say his name. ਲੋਕ ਕਹਿੰਦੇ ਹੁੰਦੇ ਸੀ ਆਦਨੋਈ। People used to call him Adonai. ਆਦਨੋਈ ਦਾ ਮਤਲਬ ਆ ਕਿ ਸਾਡਾ ਪਰਮੇਸ਼ਰ। What does Adonai mean? It means our God. ਮਸੀਹ ਪੈਦਾ ਹੋਇਆ ਪ੍ਰਭੂ ਯਿਸੂ। Jesus was given birth to in this world. ਯਿਸੂ ਮਸੀਹ ਮੱਸਾ ਦੇ ਨਾਲ ਪੈਦਾ ਹੋਇਆ। He was a holy God. ਮਸੀਹ ਦਾ ਮਤਲਬ ਕੀ ਹੈ? What does Messiah mean? ਮੱਸਾ ਦੇ ਨਾਲ ਪੈਦਾ ਹੋਇਆ ਮੁਕਤੀ ਦਾਤਾ, ਉਧਾਰ
He was full of glory and he is our salvation. ਯੀਸ਼ੂ ਮਸੀਹ ਮਹਾਨ ਤੇ ਪਾਕ ਤੇ ਪਵਿੱਤਰ ਆ। He is one of the highest. ਜਦੋਂ ਅਸੀਂ ਆਇਜ਼ਿਆ ਦੇ ਵਿੱਚ ਪੜ੍ਹਦੇ ਆ, ਆਇਜ਼ਿਆ 61 ਉਹਦੀ He is one of the highest. ਜਦੋਂ ਅਸੀਂ ਆਇਜ਼ਿਆ ਦੇ ਵਿੱਚ ਪੜ੍ਹਦੇ ਆ, ਆਇਜ਼ਿਆ 61 ਉਹਦੀ 1 ਆਇਤ ਦੇ ਵਿੱਚ ਪਰਮੇਸ਼ਰ ਦਾ ਵਚਨ ਸਾਨੂੰ ਕਹਿੰਦਾ ਆ, ਪ੍ਰਭੂ ਯਹੋਵਾ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਯਹੋਵਾ ਨੇ ਮੈਨੂੰ ਮਸਾ ਕੀਤਾ ਭਾਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ, ਉਸ ਮੈਨੂੰ ਕੱਲਿਆ ਭਾਈ ਟੁੱਟੇ ਦਿਲ ਵਾਲਿਆਂ ਤੇ ਪੱਟੀ ਬੰਨਾ ਅਤੇ ਬੰਦੂਆਂ ਨੂੰ ਛੁੱਟਣ ਦਾ ਅਤੇ ਅਸੀਰਾਂ ਨੂੰ ਖੁੱਲਣ ਦਾ ਪ੍ਰਚਾਰ ਕਰਾਂ। When we read Isaiah chapter 61, verse 1, there's a lot that is said about the New Testament, how Jesus is going to come and heal all the people and bless the poor. ਯੀਸ਼ੂ ਮਸੀਹ ਜੋ ਹੈ ਮੱਸਾ ਦੇ ਨਾਲ ਭਰੇ ਹੋਏ He ਸੀ। is full of glory. ਉਹ ਤੁਹਾਨੂੰ ਤੇ ਮੈਨੂੰ ਵੀ ਅੱਜ ਮੱਸਾ ਦੇ ਨਾਲ ਭਰਨਾ ਚਾਹੁੰਦਾ He ਹੈ। wants to fulfill us with his glory. ਜਿਹੜਾ ਯੀਸ਼ੂ ਮਸੀਹ ਨੂੰ ਆਪਣਾ ਮੁਕਤੀਦਾਤਾ ਪ੍ਰਭੂ ਪਰਮੇਸ਼ਰ ਕਰਕੇ ਗ੍ਰਹਿਣ ਕਰਦਾ ਆ, ਉਹ ਕਹਿੰਦਾ ਮੈਂ ਉਹਨੂੰ ਮੱਸਾ ਦੇ ਨਾਲ ਭਰ ਦਿੰਦਾ ਆ। Whoever believes that Jesus is their salvation, he is going to bless us. ਕਿਉਂਕਿ ਵਚਨ ਕਹਿੰਦਾ ਆ ਜਦੋਂ ਉਹਦਾ ਮੱਸਾ ਆਂਦਾ ਆ ਜ਼ਿੰਦਗੀਆਂ ਦੇ ਉੱਤੇ ਤਾਂ ਬੰਧਨ ਜਿਹੜੇ ਟੁੱਟ ਜਾਂਦੇ ਆ। Because the Bible says whenever he showers his glory on us, we're going to be free from our sins as well. ਜੋ ਟੁੱਟੇ ਦਿਲ ਵਾਲੇ ਹੁੰਦੇ ਆ, ਪਰਮੇਸ਼ਰ ਕਹਿੰਦਾ ਮੈਂ ਉਹਨਾਂ ਦੇ ਪੱਟੀਆਂ ਬੰਨਣ ਦੇ ਲਈ ਆਇਆ ਆ, ਕਿਉਂਕਿ ਮੈਂ ਪਾਕ ਆ, ਮੈਂ ਮੱਸਾ ਦੇ ਨਾਲ ਭਰਿਆ ਹੋਇਆ। He's going to heal the broken hearts. ਜਿਹੜੇ ਬਿਮਾਰੀਆਂ ਦੇ ਵਿੱਚ ਬੰਧਨਾਂ 'ਚ ਫਸੇ ਹੋਇਆ, ਪਰਮੇਸ਼ਰ ਕਹਿੰਦਾ ਆ ਜਿਹੜਾ ਮੈਨੂੰ ਮੁਕਤੀਦਾਤਾ ਮੰਨ ਲੈਂਦਾ ਆ, ਮੈਂ ਉਹਨਾਂ ਦੇ ਬੰਧਨਾਂ ਨੂੰ ਤੋੜ ਦਿੰਦਾ ਆ। And if you believe he is your salvation, he is going to heal you from all your sickness. ਮੁਕਤੀਦਾਤਾ ਸਾਡੇ ਲਈ ਬਣ ਕੇ ਆ ਗਿਆ, ਜਿਨ੍ਹਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਹਨੇਰਾ ਆ। ਯੀਸ਼ੂ ਮਸੀਹ ਕਹਿੰਦਾ ਜੇ ਮੁਕਤੀਦਾਤਾ ਮੈਨੂੰ ਮੰਨਦੇ ਆ, ਗ੍ਰਹਿਣ ਕਰਦੇ ਆ, ਤਾਂ ਮੈਂ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਹਨੇਰੇ ਨੂੰ ਦੂਰ ਕਰ ਦਿੰਦਾ ਆ। He's going to take away the dark from our lives if you believe he is our salvation. ਜਿੱਥੇ ਹਨੇਰਾ ਆ, Wherever there's dark, ਜਿੱਥੇ ਰੋਸ਼ਨੀ ਤੇ ਹਨੇਰੇ ਦਾ ਦੋਹਾਂ ਦਾ ਮੇਲ ਨਹੀਂ ਹੋ ਸਕਦਾ। the dark and light cannot be meet together. ਇਹ ਬਾਈਬਲ ਬਿਆਨ ਕਰਦੀ ਆ ਕਿ ਦੋਨੀ ਜਗ੍ਹਾ ਟੁਗੇਦਰ ਨਹੀਂ ਰਹਿ ਸਕਦੇ। The Bible says these two cannot stay together. ਜਿੱਥੇ ਹਨੇਰਾ ਆ ਉੱਥੇ ਰੋਸ਼ਨੀ ਨਹੀਂ ਹੋਵੇਗੀ, ਔਰ ਜਿੱਥੇ ਰੋਸ਼ਨੀ ਆ ਉੱਥੇ ਹਨੇਰਾ ਨਹੀਂ ਹੋਵੇਗਾ। Wherever there's dark, the light cannot be appear there. ਮਿਲਣਾ ਨਾਮੁਮਕਿਨ ਆ। They cannot be. ਇਸੇ ਤਰ੍ਹਾਂ ਵਚਨ ਵਿੱਚ ਲਿਖਿਆ ਕਿ ਤੁਸੀਂ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦੇ, ਇੱਕ ਦੇ ਨਾਲ ਤੁਸੀਂ ਬਣੇ ਰਹੋਗੇ ਔਰ ਦੂਸਰੇ ਨਾਲ ਨਹੀਂ ਬਣੇ You ਰਹੋਗੇ। cannot worship two masters. You can only obey one and cheat on the other. ਪਰਮੇਸ਼ਰ ਕੀ ਕਹਿੰਦਾ ਆ, ਜਿਹੜਾ ਮੇਰੇ ਬੇਟੇ ਦੇ ਨਾਮ ਦੇ ਨਾਲ ਪੁਕਾਰਦਾ ਆ, ਕਹਿੰਦਾ ਕਿ ਮੇਰਾ ਮੁਕਤੀਦਾਤਾ ਆ, ਮੇਰਾ ਉਧਾਰ ਕਰਤਾ ਆ, ਜਿਹੜਾ ਕਬੂਲ ਕਰ ਲੈਂਦਾ ਆ, ਉਹਨਾਂ ਦੀ ਜ਼ਿੰਦਗੀ ਉੱਤੇ ਰੋਸ਼ਨੀ ਆ ਜਾਂਦੀ ਆ। Whoever believes in my son as the salvation, their lives are going to be better and blessed up. एक क्रिसमस जो ਅਸੀਂ ਮਨਾ ਰਹੇ ਆ, ਜੋ ਕ੍ਰਿਸਮਸ ਦੇ ਦਿਨ ਆ ਰਹੇ ਆ, ਇਹ ਇੰਜ ਫਰਿਸ਼ਤੇ ਨੇ ਕਿਹਾ ਕਿ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ। The angel said to them, there is a salvation in this child. ਜੇ ਅਸੀਂ ਅੱਜ ਸੱਚਮੁੱਚ ਅਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਅਸੀਂ ਕਈ ਵੇਲੇ ਮੈਂ ਜੇਮਸ ਨਾਲ ਗੱਲ ਕਰਦੀ ਹੁੰਦੀ ਆ, ਕਈ ਵੇਲੇ ਲੋਕ ਕੀ ਕਰਦੇ, ਅਸੀਂ ਬਹੁਤ ਸਾਲਾਂ ਤੋਂ ਕ੍ਰਿਸਚਨ ਆ, ਅਸੀਂ ਸਦੀਆਂ ਤੋਂ ਕ੍ਰਿਸਚਨ, ਸਾਡੇ ਪੇ ਦਾਦੇ ਕ੍ਰਿਸਚਨ ਆ। ਜਦੋਂ ਅਸੀਂ ਉਹਨਾਂ ਦੇ ਨਾਲ ਗੱਲ ਕਰਦੇ ਆ ਤਾਂ ਕਹੋਗੇ ਅਸੀਂ ਪੇ ਦਾਦਿਆਂ ਤੋਂ ਕ੍ਰਿਸਚਨ ਆ। When we talk to our elders, they are going to say that they have been Christian for decades. ਪਰ ਜਦੋਂ ਇਸ ਵਚਨ ਦੇ ਵਿੱਚ ਜੋ ਲਿਖਿਆ ਹੋਇਆ ਆ ਕਿ ਮੇਰੇ ਸਿਵਾਏ ਤੇਰੇ ਲਈ ਕੋਈ ਦੂਸਰਾ ਦੇਵਤਾ ਨਾ ਹੋਵੇ, ਉਦੋਂ ਅਸੀਂ ਉਹ ਭੁੱਲ ਜਾਂਦੇ ਆ ਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਇਹੀ ਆ। What is the most important thing in the Bible? It says there should not be any other God other than me. You should only worship me. ਵਚਨ ਦੇ ਵਿੱਚ ਕੀ ਲਿਖਿਆ? ਸਭ ਤੋਂ ਪਹਿਲਾਂ ਬਾਈਬਲ ਕਿਸ ਨੇ ਲਿਖੀ? Who wrote the Bible first? ਸਭ ਤੋਂ ਪਹਿਲਾਂ ਬਾਈਬਲ ਪਰਮੇਸ਼ਰ ਨੇ ਲਿਖੀ। ਮੂਸਾ ਤੋਂ ਪਹਿਲਾਂ, ਸਭ ਤੋਂ ਪਹਿਲਾਂ ਬਾਈਬਲ ਕਹਿੰਦੇ ਆ ਕਿ ਮੂਸਾ ਨੇ ਲਿਖੀ। ਮੂਸਾ ਤੋਂ ਪਹਿਲਾਂ ਸਭ ਤੋਂ ਬਾਈਬਲ ਪਰਮੇਸ਼ਰ ਨੇ ਲਿਖੀ। So people say that Moses wrote the Bible first, but before even Moses, God wrote the Bible. ਪਰ ਸਭ ਤੋਂ ਪਹਿਲਾ ਹੀ ਹੁਕਮ
लिखिया मेरे सिवाय तेरे लिए कोई दूसरा देवता ना होवे। And it's written that there should not be any other God. ਜਦੋਂ ਅਸੀਂ ਕ੍ਰਿਸਚਨਾਂ ਨੂੰ ਇਹ ਗੱਲ ਕਹਿੰਦੇ ਆ, ਕ੍ਰਿਸਚਨ ਕਹਿੰਦੇ ਅਸੀਂ ਦਾਦਿਆਂ ਪੜਦਾਦਿਆਂ ਨੂੰ ਜਾਣਦੇ ਆ ਜਾਂ ਦਾਦੇ ਪੜਦਾਦਿਆਂ ਤੋਂ ਜਾਣਦੇ ਆ। Christians are going to say that their elders were ਸਾਨੂੰ Christians ਬਾਈਬਲ too. ਬਾਰੇ ਬਹੁਤ ਗਿਆਨ ਆ, And we know Bible better than ਪਰ them. ਜਦੋਂ ਬਾਈਬਲ ਦੱਸਦੀ ਹੈ ਕਿ ਜਿਹੜਾ ਮੇਰੇ ਹੁਕਮਾਂ ਦੇ ਮੁਤਾਬਕ ਨਹੀਂ ਚੱਲਦਾ ਉਹ ਮੇਰੇ ਲਾਇਕ ਨਹੀਂਗਾ। But when Bible tells you that if you do not keep His word in your heart, you're not going to enter the heaven. ਪਰ ਬਾਈਬਲ ਕੀ ਕਹਿੰਦੀ ਆ, ਜਿਹੜਾ ਮੇਰੇ ਪੁੱਤਰ ਤੇ ਵਿਸ਼ਵਾਸ ਕਰਦਾ ਆ, ਜਿਹੜਾ ਮੁਕਤੀ ਦਾਤੇ ਨੂੰ ਗ੍ਰਹਿਣ ਕਰਦਾ ਆ, ਉਹਨੂੰ ਸਦਾ ਦੀ ਜ਼ਿੰਦਗੀ ਮੈਂ ਦਵਾਂਗਾ। And also the Bible says if you believe in the salvation, if you keep the words in your heart, you are going to get eternal life. ਮੈਂ ਚੌਖੀ ਜ਼ਿੰਦਗੀ ਦਵਾਂਗਾ। You're going to get eternal life. ਪਰਮੇਸ਼ਰ ਦੇ ਵਚਨ 'ਚ ਲਿਖਿਆ ਆ, The Bible says ਮੈਂ ਮੁਕਤੀ ਦੇਣ ਆਇਆ, ਮੈਂ ਬੰਧਨਾਂ ਨੂੰ ਤੋੜਨ ਆਇਆ ਆ। ਮੇਰਾ ਮਸਾ ਤੁਹਾਡੇ ਉੱਤੇ ਜਦੋਂ ਆਏਗਾ, ਤੁਹਾਡੀਆਂ ਬਿਮਾਰੀਆਂ, ਤੁਹਾਡੀਆਂ ਲਾਚਾਰੀਆਂ, ਤੁਹਾਡੇ ਮਸਾ ਜੋ ਬੰਧਨ ਹੈ ਉਹ ਟੁੱਟ ਜਾਣਗੇ। And the Bible says, I am your salvation. I am going to break every chain and heal the sickness. in ਜੇ your ਅਸੀਂ life. ਪਰਮੇਸ਼ਰ ਦੇ ਸੱਚਮੁੱਚ ਵਾਅਦਿਆਂ ਨੂੰ ਜਾਣਦੇ ਆ ਤਾਂ ਅਸੀਂ ਸਿਰਫ ਉਹਨਾਂ ਲੋਕਾਂ ਦੇ ਲਈ ਦੁਆ ਕਰ ਸਕਦੇ ਆ ਕਿ ਪਰਮੇਸ਼ਰ ਤੂੰ ਹੀ ਇਨਸਾਨਾਂ ਦੀਆਂ ਜ਼ਿੰਦਗੀਆਂ ਬਦਲਣ ਵਾਲਾ। If we truly know the word of God, what we can do is pray for them and then pray that they can change. ਮੁਕਤੀ ਦਾਤਾ ਜਿਹੜਾ ਉਸ ਪਰਮੇਸ਼ਰ ਦੇ ਪੁੱਤਰ ਨੂੰ ਗ੍ਰਹਿਣ ਕਰ ਲੈਂਦਾ ਆ, There's salvation in His word ਉਹਦੀ ਜ਼ਿੰਦਗੀ ਦੇ ਵਿੱਚ ਰੌਸ਼ਨੀ ਆ ਜਾਂਦੀ ਹੈ। and there's light in your life. ਰਸੂਲਾਂ ਦੇ ਕਰਤੱਵ ਦੇ ਵਿੱਚ ਲਿਖਿਆ, ਜ਼ਮੀਨ ਉੱਤੇ ਅਸਮਾਨ ਦੇ ਥੱਲੇ ਔਰ ਜ਼ਮੀਨ ਦੀ ਗਹਿਰਾਈ ਵਿੱਚ ਕੋਈ ਐਸਾ ਨਾਮ ਨਹੀਂ In the Bible it says there's no other name greater than Jesus. ਜਿਸ ਤੋਂ ਅਸੀਂ ਬਚਾਏ ਜਾਣਾ ਹੈ। And only He can save us. ਸਾਡਾ ਪਰਮੇਸ਼ਰ ਦੇ ਵਚਨ 'ਚ ਲਿਖਿਆ ਆ ਕਿ ਦੁਨੀਆ ਦੇ ਕੋਨੇ-ਕੋਨੇ ਜਾ ਕੇ ਮੇਰੇ ਵਚਨ ਨੂੰ ਸੁਣਾਓ। And the Bible tells us to go to every corner of the world and preach His word. ਪਰ ਉਹਨਾਂ ਨੂੰ ਕਿਹਾ ਜਿਹੜੇ ਨਹੀਂ ਜਾਣਦੇ, ਜਿਹੜੇ ਨਹੀਂ ਮੰਨਦੇ, ਉਹਨਾਂ ਨੂੰ ਜਾ ਕੇ ਸੁਣਾਓ ਔਰ ਦੁਨੀਆ ਦੇ ਕੋਨੇ-ਕੋਨੇ ਤੱਕ ਮੇਰੇ ਵਚਨ ਦੀ ਮੁਨਾਦੀ ਕਰੋ। And it tells us to go to the corner of the world and preach His word. ਜਿਹੜਾ ਵਿਸ਼ਵਾਸ ਕਰੇਗਾ Whoever believes, ਉਹ ਸਦਾ ਦੀ ਜ਼ਿੰਦਗੀ ਪਾਏਗਾ। they will get ਔਰ eternal ਜੇ life. ਤੁਸੀਂ ਵਿਸ਼ਵਾਸ ਕਰਦੇ ਆਪਣੇ ਉਧਾਰਨਕਰਤਾ ਦੇ ਉੱਤੇ, And if you believe, ਪਰਮੇਸ਼ਰ ਦੇ ਵਚਨ 'ਚ ਲਿਖਿਆ, ਮੈਂ ਪੀੜ੍ਹੀਓਂ ਪੀੜ੍ਹੀ ਤੱਕ ਤੁਹਾਨੂੰ ਆਪਣੀ ਆਸ਼ੀਸ਼ ਤੇ ਸਾਮਰਥ ਨਾਲ the ਭਰਦਾ। Bible says He's going to bless our generations and generations. ਜੇ ਤੁਸੀਂ ਉਹਨੂੰ ਮੁਕਤੀ ਦਾਤਾ ਮੰਨਦੇ ਆ, If you believe He is your ਤੁਹਾਡੇ ਬੰਧਨ salvation, ਟੁੱਟ ਜਾਣਗੇ। your chains are going to break. ਜੇ ਤੁਸੀਂ ਉਹਨੂੰ ਉਧਾਰਕਰਤਾ ਮੰਨਦੇ ਆ If you think He is your ਤਾਂ eternal ਤੁਹਾਡੇ life, ਜਿਹੜੇ ਬੰਧਨ ਆ ਉਹ ਆਜ਼ਾਦ ਹੋ ਜਾਓਗੇ ਤੁਸੀਂ ਬਿਮਾਰੀਆਂ ਤੋਂ। you will be healed from all the sickness. ਪਰਮੇਸ਼ਰ ਕਹਿੰਦਾ ਜਿਹੜੇ ਮੇਰੇ ਤੇ ਵਿਸ਼ਵਾਸ ਕਰਦੇ ਆ Jesus says, whoever believes in me, ਉਹ ਕਦੀ ਲੱਜਤ ਨਹੀਂ ਹੋਊਗੀ। they will never fail. ਹਬਕੂਕ ਕੀ ਕਹਿੰਦਾ ਆ? ਹਬਕੂਕ What does Habakkuk say? ਹਬਕੂਕ ਕਹਿੰਦਾ, ਫਲ ਲੱਗੇ ਅੰਗੂਰ ਦੀ ਬੇਲ ਨੂੰ ਜਾਂ ਨਾ ਲੱਗੇ, ਮੈਂ ਤੇਰੀ ਉਪਾਸਨਾ ਕਰਨੀ ਆ। So Habakkuk said, even if I get the fruits or not, I am going to worship you. ਵਚਨ ਕਹਿੰਦਾ, ਅੰਜੀਰ ਨੂੰ ਫਲ ਲੱਗੇ ਜਾਂ ਨਾ ਲੱਗੇ, हे ਪਰਮੇਸ਼ਰ ਮੈਂ ਤੇਰੀ ਇਬਾਦਤ ਕਰਨੀ ਆ। He is going to worship the only God he knows. ਪਰਮੇਸ਼ਰ ਕਹਿੰਦਾ ਆ ਕਿ ਮੈਂ ਤੇਰੇ ਈਮਾਨ ਨੂੰ ਦੇਖ ਕੇ, ਤੇਰੇ ਵਿਸ਼ਵਾਸ ਨੂੰ ਦੇਖ ਕੇ ਮੈਂ ਤੈਨੂੰ ਮਸਾ ਦੇ ਨਾਲ ਭਰ ਦੇਵਾਂਗਾ। And then God replied, by seeing your faith, I am going to bless you. ਜੋ ਮਸਾ ਦੇ ਨਾਲ ਮੈਂ ਆਪਣੇ ਪੁੱਤਰ ਨੂੰ ਭੇਜਿਆ, ਉਹ ਮਸਾ ਤੁਹਾਡੇ ਉੱਤੇ ਜਦੋਂ ਆਏਗਾ ਤਾਂ ਬਿਮਾਰੀਆਂ, ਲਾਚਾਰੀਆਂ, ਬੰਧਨ ਟੁੱਟ ਜਾਣਗੇ। I am going to send my glory on you, and all the chains are going to break, all the sickness are going to heal. ਅੱਜ ਜੇ ਤੁਸੀਂ ਵਿਸ਼ਵਾਸ ਕਰਦੇ ਆ ਕਿ ਮੇਰਾ ਮੁਕਤੀ ਦਾਤਾ ਯੀਸ਼ੂ ਆ, ਤਾਂ ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਘਰਾਣਿਆਂ ਤੇ ਪੀੜ੍ਹੀਓਂ ਪੀੜ੍ਹੀ ਤੱਕ ਤੁਹਾਨੂੰ ਆਸ਼ੀਸ਼ ਦੀ ਬਰਕਤ ਦਊਂਗਾ। And today, if you believe that Jesus is your salvation, He is going to bless your generations and generations. ਬਸ ਉਸ ਔਰਤ ਨੇ ਜਿਸ ਤਰ੍ਹਾਂ ਕਿਹਾ, ਜਾ ਮੁੜ ਕੇ ਪਾਪ ਨਾ ਕਰੇ। Like the woman, He said, go and do not sin anymore. ਮੈਂ ਤੈਨੂੰ, ਜੇ ਉਹਨਾਂ ਨੇ ਸਜ਼ਾ ਨਹੀਂ ਦਿੱਤੀ, ਮੈਂ ਵੀ ਤੈਨੂੰ ਸਜ਼ਾ ਨਹੀਂ ਦਊਂਗਾ। If they didn't punish you, I ਪਰ am not ਉਸਨੂੰ going ਇੱਕ to ਗੱਲ punish you. ਕਹੀ, ਜਾ ਮੁੜ ਕੇ ਨਾ ਪਾਪ ਕਰੇ। But you have to remember, He said, do not sin again. ਜੇ ਅਸੀਂ ਇਹਨੂੰ ਮੁਕਤੀ ਦਾਤਾ ਮੰਨ ਲਿਆ ਆ If we do believe that He is salvation, ਕਿ ਉਹ ਸਾਡਾ ਪਰਮੇਸ਼ਰ ਆ, that He is our God, ਫਿਰ ਅਸੀਂ ਪਰਮੇਸ਼ਰ ਦੇ ਸਿਵਾਏ
ਕਿਸੇ ਵੱਲ ਨਹੀਂ ਜਾ ਸਕਦੇ। So we cannot go any other way other than ਜੇ God. ਉਸ ਔਰਤ ਨੂੰ ਕਿਹਾ ਕਿ ਜਾ ਤੂੰ ਮੁੜ ਕੇ ਪਾਪ ਨਾ ਕਰੀ, ਫਿਰ ਪਾਪ 'ਚ ਜਾਂਦੀ ਤਾਂ ਉਸ ਨੂੰ ਸਜ਼ਾ ਦਾ ਹੁਕਮ ਮਿਲਣਾ ਸੀ। And since she was told not to sin again, and if she goes and sins again, she is going to be punished. ਇਸੇ ਤਰ੍ਹਾਂ ਇਸ ਵਚਨ ਵਿੱਚ ਜੇ ਅਸੀਂ ਮੁਕਤੀ ਦਾਤਾ ਨੂੰ ਗ੍ਰਹਿਣ ਕਰਕੇ ਫਿਰ ਅਸੀਂ ਉਹੀ ਕੰਮ ਕਰਦੇ ਆ ਤਾਂ ਪਰਮੇਸ਼ਰ ਕਹਿੰਦਾ ਆ ਉਸ ਦਾ ਹਿਸਾਬ ਮੈਂ ਲਵਾਂਗਾ। Just like that, if we know He is our salvation, and if we believe He is our salvation, and even though we go and sin again, He is going to punish us. ਇਹ ਜਿਹੜੀਆਂ ਇਹ ਉਹ ਚੀਜ਼ ਨਹੀਂਗੀ ਜੋ ਦਾਦੀਆਂ ਨੇ, ਨਾਨੀਆਂ ਨੇ, ਪੜਨਾਨੀਆਂ ਨੇ ਸਟੋਰੀਆਂ ਬਾਤਾਂ ਸੁਣਾਈਆਂ ਹੋਈਆਂ, ਇਹਦੇ ਵਿੱਚ ਬਾਤਾਂ ਆ। This is not just a fake story. ਸਟੋਰੀਆਂ ਨਹੀਂਗੀਆਂ ਇਹ। Those are not fake ਇਹ stories. ਸੱਚੀ ਬਾਈਬਲ ਆ ਜੋ ਪਰਮੇਸ਼ਰ ਦੇ ਆਤਮਾ ਦੇ ਨਾਲ, ਪਵਿੱਤਰ ਆਤਮਾ ਦੇ ਨਾਲ ਲਿਖੀ ਗਈ। It was written by Holy Spirit. ਪਰਮੇਸ਼ਰ ਦੇ ਵਚਨ 'ਚ ਲਿਖਿਆ ਜੇ ਤੁਸੀਂ ਮੰਨ ਲੈਂਦੇ ਆ ਮੈਂ ਤੁਹਾਨੂੰ ਆਸ਼ੀਸ਼ ਤੇ ਆਸ਼ੀਸ਼ ਦਵਾਂਗਾ। And the Bible says if you believe, He is going to bless us. ਬਰਕਤ ਤੇ ਬਰਕਤ ਦਵਾਂਗਾ। He is going to bless us. ਆइए सब खड़े हो जाइए Let's all stand up. ਆਪਣੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ, ਕਿਉਂਕਿ ਇਹ ਪਾਕ ਜਗ੍ਹਾ ਆ, ਇਹ ਪਵਿੱਤਰ ਜਗ੍ਹਾ ਆ। ਇਸ ਪਾਕ ਜਗ੍ਹਾ ਦੇ ਵਿੱਚ ਪਰਮੇਸ਼ਰ ਦੀ ਹਜ਼ੂਰੀ ਆ। ਪਰਮੇਸ਼ਰ ਕਹਿੰਦੇ ਜਿਸ ਤਰ੍ਹਾਂ ਤੁਸੀਂ ਇਸ ਘਰ ਵਿੱਚ ਆਏ ਆ ਮੈਂ ਤੁਹਾਨੂੰ ਉਸ ਤਰ੍ਹਾਂ ਨਹੀਂ ਜਾਣ ਦੇਵਾਂਗਾ, ਕਿਉਂਕਿ ਤੁਸੀਂ ਮੇਰੇ ਬੱਚੇ ਆ। ਜਿਸ ਤਰ੍ਹਾਂ ਦੁਆ ਮੰਗੀ, ਸਾਡੇ ਮਨ ਨੂੰ ਟੱਚ ਕੀਤਾ ਜਦੋਂ ਮੈਂ ਦੁਆ ਪੈਣ ਦੀ ਸੁਣ ਰਹੀ ਸੀ, ਔਰ ਮੈਂ ਦੁਆ ਦੇ ਵਿੱਚ ਆਪਣੇ ਪਰਮੇਸ਼ਰ ਨੂੰ ਕਹਿ ਰਹੀ ਸੀ ਕਿ ਪਰਮੇਸ਼ਰ ਇਸ ਭੈਣ ਨੇ ਤੁਹਾਨੂੰ ਕਿਹਾ ਕਿ ਅਸੀਂ ਤੇਰੇ ਕੋ ਪਿਤਾ ਦੇ ਨਾਂ ਤੇ ਆਨੇ ਆ। ਅੱਜ ਤੁਸੀਂ ਪਿਤਾ ਦੇ ਨਾਂ ਤੇ ਆਏ ਆ। ਅਸੀਂ ਕਹਿੰਦੇ ਨਾ ਵੀ ਅਸੀਂ ਕਿਸੇ ਫਲਾਣੇ ਦੇ ਨਾਲ ਗੱਲ ਕੀਤੀ ਵੀ ਉਹਦੀਆਂ ਗੱਲਾਂ ਇੰਨੀਆਂ ਸੋਹਣੀਆਂ ਸੀ ਸਾਡੇ ਮਨ ਨੂੰ ਟੱਚ ਕਰ ਗਈਆਂ। ਆਪ ਅਸੀਂ ਇਹ ਗੱਲ ਕਹਿੰਦੇ ਆ, ਪਰ ਅੱਜ ਸੱਚਮੁੱਚ ਇਸ ਪੁਲਵੁੱਟ ਤੇ ਮੈਂ ਖੜੀ ਆ ਜੋ ਭੈਣ ਨੇ ਦੁਆ ਕੀਤੀ, ਟੱਚ ਕਰ ਗਈ। ਕਿ ਕੋਈ ਲਫ਼ਜ਼ ਹੀ ਹੁੰਦਾ ਆ ਜਿਸ ਦੇ ਨਾਲ ਲੋਕ ਕਹਿੰਦੇ ਆ ਕਿ ਇੱਕ ਆਇਤ ਦੇ ਨਾਲ ਸਾਡੀਆਂ ਜ਼ਿੰਦਗੀਆਂ ਬਦਲ ਜਾਂਦੀਆਂ। ਇਸੇ ਤਰ੍ਹਾਂ ਇੱਕ ਗੱਲ ਕਰਨ ਦੇ ਨਾਲ ਤੁਹਾਡਾ ਮਨ ਜਿਹੜਾ ਟੱਚ ਹੋ ਜਾਂਦਾ ਆ। ਇਸ ਭੈਣ ਦੇ ਰਾਹੀਂ ਬਹੁਤ ਸਾਰੀ ਬਰਕਤ ਇਸ ਘਰਾਣੇ ਵਿੱਚ ਆਵੇ। ਜਿੰਨੇ ਵੀ ਤੇਰੇ ਘਰ ਵਿੱਚ ਆਏ ਆ, ਇੱਕ ਨੂੰ ਆਸ਼ੀਸ਼ ਦੇ ਨਾਲ, ਬਰਕਤ ਦੇ ਨਾਲ, ਆਪਣੀ ਸਾਮਰਥ ਦੇ ਨਾਲ ਭਰਦੇ ਪਿਤਾ ਪਰਮੇਸ਼ਰ, ਕਿਉਂਕਿ ਤੂੰ ਮੁਕਤੀ ਦਾਤਾ ਆ। ਤੇਰੇ ਤੋਂ ਬਗੈਰ ਸਾਡੇ ਲਈ ਕੋਈ ਉਧਾਰ ਕਰਤਾ ਨਹੀਂ, ਸਾਡੇ ਲਈ ਕੋਈ ਮੁਕਤੀ ਦਾਤਾ ਨਹੀਂ। ਪ੍ਰਭੂ ਜੀ ਸਾਨੂੰ ਇੰਨਾ ਬਲ ਦੇ, ਸਾਨੂੰ ਤਾਕਤ ਦੇ ਕਿ ਅਸੀਂ ਇਸ ਸ਼ਹਿਰ ਦੇ ਵਿੱਚ ਤੇਰੀ ਮੁਨਾਦੀ ਕਰ ਸਕੀਏ। ਪ੍ਰਭੂ ਜਿਸ ਤਰ੍ਹਾਂ ਹਬਕੂਕ ਕਹਿੰਦਾ ਆ, ਬੇਲ ਦੀ ਟਾਹਣੀ ਨੂੰ ਫਲ ਲੱਗੇ ਜਾਂ ਨਾ ਲੱਗੇ, ਅੰਜੀਰ ਦੇ ਦਰਖਤ ਨੂੰ ਫਲ ਲੱਗੇ ਜਾਂ ਨਾ ਲੱਗੇ, ਇਸੇ ਤਰ੍ਹਾਂ ਪ੍ਰਭੂ ਅੱਜ ਅਸੀਂ ਕਹਿੰਦੇ ਆ ਇਸ ਝੁੰਡ ਨੂੰ ਤੂੰ ਵਧਾਵੇਂ ਜਾਂ ਨਾ ਵਧਾਵੇਂ ਇਹ ਤੇਰੀ ਮਰਜ਼ੀ ਆ। ਜਦੋਂ ਤੂੰ ਸਮੇਂ ਤੋਂ ਪਹਿਲਾਂ ਆਉਂਦਾ ਨਹੀਂ ਔਰ ਸਮੇਂ ਤੋਂ ਖੁੰਝਦਾ ਨਹੀਂ, ਜਦੋਂ ਤੇਰੀ ਦਇਆ ਹੋਈ ਪ੍ਰਭੂ ਤੂੰ ਆਪ ਹੀ ਇਸ ਭਵਨ ਦੇ ਵਿੱਚ ਲੋਕਾਂ ਨੂੰ ਲੈ ਕੇ ਆ ਜਾਣਾ। ਤੂੰ ਸਾਡੇ ਇਮਾਨ ਨੂੰ ਦੇਖਦਾ, ਸਾਡੇ ਵਿਸ਼ਵਾਸ ਨੂੰ ਦੇਖਦਾ, ਸਾਡੇ ਯਕੀਨ ਨੂੰ ਦੇਖਦਾ ਕਿ ਅਸੀਂ ਤੇਰੇ ਵਿੱਚ ਕਿੰਨੇ ਆ। ਪ੍ਰਭੂ ਅਸੀਂ ਚਾਹੁੰਦੇ ਆ ਪਰ ਸਾਡੀ